ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮੈਂ ਰਣਬੀਰ ਸਿੱਧੂ, ਮੇਰੇ ਨਾਲ ਇਸ ਵਕਤ ਨਿਤਿਨ ਚਾਵਲਾ ਜੀ ਨੇ। ਅਸੀਂ ਅੱਜ ਉਹਨਾਂ ਵਿਦਿਆਰਥੀਆਂ ਦੀ ਗੱਲ ਕਰਨ ਜਾ ਰਹੇ ਨੇ ਜਿਹੜੇ 18 ਤੋਂ 20 ਤੇ 20 ਤੋਂ 22 ਦੇ ਵਿੱਚ ਪਾਸ ਆਊਟ ਨੇ। 18 ਤੋਂ 20 ਮੈਂ ਇਸ ਕਰਕੇ ਕਿਹਾ ਕਿ ਬੜੇ ਵਿਦਿਆਰਥੀ ਕੁਆਰੀ ਕਰਨ ਜਾਂਦੇ ਨੇ। ਹਰ ਕੰਪਨੀ ਦੀ ਆਪਣੀ ਇੱਕ ਵੱਖਰੀ ਕਾਉਂਸਲਿੰਗ ਹੈ। ਜਦੋਂ ਅਸੀਂ ਦੂਜੇ ਕੋਲ ਜਾਂਦੇ ਹਾਂ, ਵਿਦਿਆਰਥੀ ਕਨਫਿਊਜ਼ ਹੋ ਜਾਂਦਾ ਕਿ ਮੈਂ ਪਹਿਲੀ ਕਾਉਂਸਲਿੰਗ ਲੈ ਕੇ ਆਉਂ ਸਹੀ ਸੀ ਜਾਂ ਅੱਜ ਸਹੀ ਸੀਗੀ। ਸੋ ਅੱਜ ਅਸੀਂ ਇਸ ਮਾਧਿਅਮ ਰਾਹੀਂ, ਇਸ ਪਲੇਟਫਾਰਮ ਰਾਹੀਂ ਉਹਨਾਂ ਵਿਦਿਆਰਥੀਆਂ ਦੀ ਗੱਲ ਕਰਨੀ ਜਿਹੜੇ +2 ਪਾਸ ਨੇ, ਗ੍ਰੈਜੂਏਟ ਨੇ, 5.5 ਬੈਂਡ ਨੇ ਜਾਂ ਵਿਦਆਊਟ ਆਇਲਸ ਨੇ ਜਾਂ 6 ਸੀਚ ਨੇ, ਕਿਹੜੇ ਦੇਸ਼ਾਂ ਦੇ ਵਿੱਚ ਕੀ ਆਪਸ਼ਨ ਬਣਦੀ ਹੈ ਔਰ ਕਿਹੜੇ ਇਨਟੇਕ ਨੇੜੇ ਨੇ। ਚਾਵਲਾ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਆਪਾਂ ਸ਼ੁਰੂਆਤ ਮੈਂ ਦੂਜੇ ਪਾਸਿਓਂ ਕਰਨੀ ਚਾਹੁੰਦਾ ਜੀ ਕਿ ਕੈਪਰੀ ਇਮੀਗ੍ਰੇਸ਼ਨ ਉਹਨਾਂ ਵਿਦਿਆਰਥੀਆਂ ਲਈ ਵੀ ਡੀਲ ਕਰਦੀ ਹੈ ਜਿਹੜਿਆਂ ਦਾ ਗੈਪ 4-5 ਸਾਲ ਦਾ ਹੋ ਗਿਆ, ਨੰਬਰ 1 ਜੀ। ਔਰ ਇਨਵੈਸਟਮੈਂਟ ਘੱਟ ਕਰਨੀ ਚਾਹੁੰਦੇ ਨੇ ਐਜੂਕੇਸ਼ਨ ਦੇ ਵਿੱਚ, 2-4 ਲੱਖ ਰੁਪਏ ਤੋਂ ਵੱਧ 5 ਤੋਂ ਨਹੀਂ ਲਾਉਣਾ ਜੀ। ਮੇਰੀ ਮੁਰਾਦ ਉਹਨਾਂ ਕੰਟਰੀਜ਼ ਤੋਂ ਵੀ ਹੈ ਜੀ ਜਿਨ੍ਹਾਂ ਨੂੰ ਅਸੀਂ ਵਿਦਆਊਟ ਆਇਲਸ ਅਕਸਰ ਦੇ ਵਿੱਚ ਐਡਵਰਟੀਜ਼ਮੈਂਟ ਜਾਂ ਇੱਥੇ ਪੜ੍ਹਦੇ ਹਾਂ ਕਿ ਯੂਰਪ ਦੇ ਵਿੱਚ। ਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਮਤਲਬ 18 ਤੋਂ 20 ਦੇ ਵਿੱਚ ਵਾਲੇ ਵਿਦਿਆਰਥੀਆਂ ਲਈ ਕੁਝ ਪ੍ਰੋਡਕਟ ਦੱਸ ਸਕਦੇ ਹੋ? ਸਰ ਦੇਖੋ, ਵੈਸੇ ਤਾਂ ਜਿਹੜੇ ਬੈਸਟ ਪ੍ਰੋਫਾਈਲ ਨੇ ਸਾਰੇ ਉਹ ਹਮੇਸ਼ਾ ਫਰੈਸ਼ ਪਾਸ ਆਊਟ ਕੇਸਿਸ ਹੁੰਦੇ ਨੇ। ਜੇ ਗੱਲ ਕਰੀਏ 2021 ਪਾਸ ਆਊਟ, 2022 ਪਾਸ ਆਊਟ, ਇਹ ਸਭ ਤੋਂ ਬੈਸਟ ਪ੍ਰੋਫਾਈਲ ਗਿਣੇ ਜਾਂਦੇ ਨੇ। 20 ਸਾਲ ਹੋ ਗਏ ਇਸ ਇੰਡਸਟਰੀ ਵਿੱਚ ਕੰਮ ਕਰਦੇ ਹੋਏ। ਅਨਡਾਊਟਡਲੀ ਬੱਚਾ ਹਰ ਕੰਟਰੀ 'ਚ ਜਾਣਾ ਪਸੰਦ ਕਰਦਾ ਹੈ। ਜ਼ਰੂਰੀ ਨਹੀਂ ਕਿ ਹਰ ਬੱਚਾ ਕੈਨੇਡਾ ਹੀ ਜਾਏਗਾ ਜਾਂ ਆਸਟ੍ਰੇਲੀਆ ਹੀ ਜਾਏਗਾ। ਗੱਲ ਤੁਹਾਡੀ ਠੀਕ ਹੈ ਕਿ ਜਿਹੜੇ ਬੱਚੇ ਕੋਲ ਪੈਸੇ ਹੈ ਨਹੀਂ ਜਾਂ ਜਿਹਦਾ ਗੈਪ ਆ ਗਿਆ ਹੈ, ਕੀ ਉਹਨੂੰ ਹੱਕ ਨਹੀਂ ਹੈਗਾ ਫੋਰਨ ਜਾ ਕੇ ਪੜ੍ਹਨ ਦਾ? ਬਿਲਕੁਲ ਹੈਗਾ। ਉਹਦੇ ਵਾਸਤੇ ਓਪਰਚੁਨਿਟੀਜ਼ ਹੈਗੀਆਂ ਨੇ। ਜੇ ਗੱਲ ਕਰਾਂ ਛੋਟੀਆਂ ਕੰਟਰੀਆਂ ਦੀ, ਜੇ ਗੱਲ ਕਰਾਂ ਸਿੰਗਾਪੁਰ ਦੀ, ਉੱਥੇ ਦਾ ਐਜੂਕੇਸ਼ਨ ਸਿਸਟਮ ਜਾਂ ਉੱਥੇ ਦੇ ਜਿਹੜੇ ਕਾਲਜਿਸ ਦੀ ਰੈਪੂਟੇਸ਼ਨ ਹੈ ਜਾਂ ਉਹਨਾਂ ਦਾ ਸਟੱਡੀ ਵੀਜ਼ਾ ਦਾ ਸਿਸਟਮ ਹੈ ਜਾਂ ਉਹਨਾਂ ਦੇ ਕਾਲਜਿਸ ਦਾ ਇਨਫਰਾਸਟਰਕਚਰ ਹੈ, ਉਹ ਕਿਤੇ ਜ਼ਿਆਦਾ ਇਹਨਾਂ ਕੰਟਰੀਆਂ ਨਾਲੋਂ ਬੈਟਰ ਹੈ। ਇੱਕ ਚੀਜ਼ ਦੀ ਗੱਲ ਦੱਸਾਂਗਾ, ਇੱਕ ਛੋਟੀ ਜਿਹੀ ਐਗਜ਼ਾਮਪਲ ਦਿਆਂਗਾ। ਇੱਕ ਬੱਚਾ ਜਿਹੜਾ ਇੱਥੇ 에ਅਰ ਹੋਸਟਸ ਟ੍ਰੇਨਿੰਗ ਦਾ ਕੋਰਸ ਕਰਦਾ ਜਾਂ ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ, 3 ਤੋਂ 4 ਲੱਖ ਰੁਪਈਆ ਲਗਾ ਦਿੰਦਾ ਹੈ। ਕੋਈ ਐਕਸਪੋਜਰ ਨਹੀਂ ਮਿਲਦਾ, ਪੰਜਾਬੀ ਬੋਲਣੀ ਪੈਂਦੀ ਹੈ ਤੇ ਉਹਨੂੰ ਕਦੀ 5 ਸਟਾਰ ਹੋਟਲ ਦੇ ਵਿੱਚ ਜੌਬ ਨਹੀਂ ਮਿਲਦੀ ਹੈ। ਪਹਿਲੀ ਗੱਲ ਹੈ, ਉਹੀ 8-10-15 ਹਜ਼ਾਰ ਦਾ ਬੰਦਾ ਬਣ ਕੇ ਰਹਿ ਜਾਂਦਾ ਹੈ। ਸਵਾਲ ਇਹ ਹੈ ਕਿ ਜੇ ਸਿੰਗਾਪੁਰ ਦੀ ਗੱਲ ਕਰੀਏ ਤੇ ਜੇ ਹੌਸਪਿਟੈਲਿਟੀ ਵਿੱਚ ਨੰਬਰ 1 ਹੈ, ਤੁਹਾਨੂੰ ਪਤਾ ਹੈ। ਹਾਲਾਂਕਿ ਮੇਰਾ ਪ੍ਰੋਡਕਟ ਮੇਜਰ ਕੈਨੇਡਾ ਹੈ, ਬਟ ਆਪਾਂ ਗੱਲ ਅੱਜ 2018-19 ਤੋਂ ਸ਼ੁਰੂ ਕੀਤੀ ਹੈ ਤੇ ਉਹਦੇ ਬਾਰੇ ਦੱਸਾਂ ਮੈਂ ਤੁਹਾਨੂੰ ਕਿ ਜਿਹੜਾ ਵੀ ਬੱਚਾ, ਮੈਂ ਆਪ ਵਿਜ਼ਿਟ ਕੀਤਾ ਜੀ ਘੱਟੋ ਘੱਟ 10-15 ਕਾਲਜਿਸ ਉੱਥੇ ਦੇ, ਤੇ ਬੱਚਾ ਹਾਈਲੀ ਸੈਟਿਸਫਾਈਡ, ਹਾਈਲੀ ਸਕਸੈਸਫੁਲ। ਜੇ ਬੱਚਾ 4-5-6 ਸਾਲਾਂ ਦਾ ਗੈਪ ਆ ਗਿਆ, ਹੌਸਪਿਟੈਲਿਟੀ ਇੰਡਸਟਰੀ ਵਿੱਚ ਇੰਟਰਸਟਿਡ ਹੈ, ਤੇ ਉਹਲੀ ਕੰਟਰੀ 'ਚ ਜਾਵੇ ਜਿੱਥੇ ਟੂਰਿਜ਼ਮ ਸਭ ਤੋਂ ਜ਼ਿਆਦਾ ਹੈ। ਸਿੰਗਾਪੁਰ ਇੱਦਾਂ ਦਾ ਦੇਸ਼ ਹੈ, ਪੂਰਾ ਅਮਰੀਕਾ, ਪੂਰਾ ਕੈਨੇਡਾ, ਪੂਰਾ UK ਸਾਰਾ ਇੱਥੇ ਘੁੰਮਣ ਆਉਂਦਾ, ਪੂਰੀ ਦੁਨੀਆ ਘੁੰਮਣ ਆਉਂਦੀ ਹੈ ਸਿੰਗਾਪੁਰ ਦੇ ਵਿੱਚ। ਤਾਂ ਸਵਾਲ ਇਹ ਹੈ ਕਿ ਉੱਥੇ ਦੀ ਜਿਹੜੀ ਹੌਸਪਿਟੈਲਿਟੀ ਦੀ ਟ੍ਰੇਨਿੰਗ ਹੋਣੀ ਹੈ ਨਾ, ਬੱਚੇ ਨੂੰ ਈਵੈਂਟ ਮੈਨੇਜਮੈਂਟ ਤੋਂ ਲੈ ਕੇ ਬਾਟਮ ਟੂ ਟਾਪ ਸਭ ਕੁਝ ਸਿਖਾਇਆ ਜਾਣਾ। ਇੱਦਾਂ ਦੇ ਇੰਸਟੀਚਿਊਟ ਨੇ। ਫਿਰ ਫੀਸ ਕਿੰਨੀ ਹੈ ਜੀ? $6,000 ਤੋਂ ਸ਼ੁਰੂ ਹੋ ਕੇ $12,000 ਦੇ ਵਿੱਚ, ਕਿਤੇ 6 ਕਿਤੇ 7। ਸੋ ਕਹਿਣ ਦਾ ਮਕਸਦ ਉਹੀ ਹੈ, ਜਿੱਦਾਂ ਤੁਸੀਂ ਗੱਲ ਸ਼ੁਰੂ ਕੀਤੀ ਕਿ ਜੇ ਬੱਚੇ ਕੋਲ ਬਜਟ ਨਹੀਂ ਹੈਗਾ ਤੇ ਕੀ ਉਹਨੂੰ ਫੋਰਨ ਜਾਣ ਦਾ ਹੱਕ ਨਹੀਂ ਹੈਗਾ? ਬਿਲਕੁਲ ਹੱਕ ਹੈਗਾ। ਜਦੋਂ ਬੱਚਾ ਵਾਪਸ ਆਏਗਾ ਤੇ ਉਹਦੇ ਹੱਥ ਵਿੱਚ ਕੀ ਹੋਏਗਾ? ਆਊਟਕਮ ਕੀ ਹੋਏਗੀ ਕੋਰਸ ਦੀ? ਇੰਟਰਨੈਸ਼ਨਲ ਐਕਸਪੋਜਰ ਹੋਏਗਾ। ਇੰਟਰਨਸ਼ਿਪ ਕਾਲਜ ਵਾਲੇ ਲਗਵਾ ਕੇ ਦਿੰਦੇ ਨੇ 5 ਸਟਾਰ 7 ਸਟਾਰ ਹੋਟਲਾਂ ਦੇ ਵਿੱਚ। ਇੱਥੇ ਆਉਂਦੇ ਹੀ ਜਦੋਂ ਬੱਚਾ ਆਪਣਾ ਰਿਜ਼ਿਊਮੇ ਪੇਸ਼ ਕਰੇਗਾ ਹਯਾਤ ਰੀਜੈਂਸੀ ਦੇ ਵਿੱਚ, ਰੈਡੀਸਨ ਬਲੂ ਦੇ ਵਿੱਚ, ਪਾਰਕ ਪਲਾਜ਼ਾ ਦੇ ਵਿੱਚ, 1 ਮਿੰਟ ਤੋਂ ਪਹਿਲਾਂ ਉਹਨੂੰ ਜੌਬ ਮਿਲਦੀ ਹੈ ਐਜ਼ ਫਾਰ ਰਿਕੁਆਇਰਮੈਂਟ ਜਿਹੜੀ ਜੇ ਕਾਲਜ ਦੇ ਵਿੱਚ ਹੋਵੇ ਤਾਂ, ਜਾਂ ਹੋਟਲ ਦੇ ਵਿੱਚ ਹੋਵੇ ਤਾਂ। ਸੋ ਬੱਚੇ ਦਾ ਐਕਸਪੋਜਰ ਹੈ, ਇੰਗਲਿਸ਼ ਕਲਚਰ ਦੇ ਵਿੱਚ ਉੱਥੇ ਜਾ ਕੇ ਰਹੇਗਾ, ਉੱਥੇ ਉਹਨੂੰ ਗੱਲਬਾਤ ਕਰਨੀ ਆ ਜਾਏਗੀ, ਉੱਥੇ ਉਹਨੂੰ ਹੌਸਪਿਟੈਲਿਟੀ ਦੇ ਸਕਿੱਲਸ ਆ ਜਾਣਗੇ। ਸੋ ਇਹਨਾਂ ਬੱਚਿਆਂ ਵਾਸਤੇ ਛੋਟੇ ਦੇਸ਼ ਹੈਗੇ ਨੇ। ਗੱਲ ਕਰੀਏ ਸਿੰਗਾਪੁਰ ਹੈ, ਸਾਈਪਰਸ ਹੈ, ਮਾਲਟਾ ਹੈ, ਬੜੇ ਬੱਚੇ ਹਰ ਜਗ੍ਹਾ 'ਤੇ ਜਾਂਦੇ ਨੇ। ਅਸੀਂ ਬਾਕੀ ਕੰਟਰੀਆਂ ਨਾਲੋਂ ਜੇ ਅਸੀਂ ਕੈਨੇਡਾ, ਆਸਟ੍ਰੇਲੀਆ ਮੇਜਰ ਕੰਮ ਕਰਦੇ ਹਾਂ, ਜੇ ਬੱਚਾ ਗੈਪ ਵਾਲਾ ਆ ਜਾਂਦੇ ਤੇ ਐਲੀਜੀਬਿਲਿਟੀ ਨਹੀਂ ਬਣਦੀ ਹੈ ਤੇ ਉਹਨੂੰ ਪਾਥਵੇ ਵੀ ਮਿਲ ਜਾਂਦਾ ਹੈ, ਤੇ ਯੈਸ, ਸਿੰਗਾਪੁਰ ਇਜ਼ ਵਨ ਆਫ ਦੀ ਬੈਸਟ ਡੈਸਟੀਨੇਸ਼ਨ। ਜੇ ਮੈਂ ਗੱਲ ਕਰਾਂ ਕਾਲਜਿਸ ਦੀ, ਚਾਹੇ ਆਪਾਂ LSBF ਜਾਂ ਲੈਂਪਟਨ ਜਾਂ ਹੋਰ ਕਈ ਬ੍ਰਾਂਚਿਸ ਹੈਗੀਆਂ ਨੇ ਜਿਨ੍ਹਾਂ ਦੇ ਕਾਲਜਿਸ ਉੱਤੇ ਹੈਗੇ ਨੇ, ਪਰ ਜਿਹੜਾ ਬੈਸਟ ਜਿਹੜਾ ਲੋਕੇਸ਼ਨ ਹੈਗੀ, ਜਿਹੜਾ ਬੈਸਟ ਕਾਲਜ ਹੈ ਜੀ, ਉਹ ਹੈਗਾ PSB ਅਕੈਡਮੀ ਜੀ। $11,000 ਦੀ ਫੀਸ ਤਾਂ ਹੈਗੀ ਹੈ, 12 ਲੱਖ ਰੁਪਈਏ ਦੇ ਆਸ-ਪਾਸ। ਪਰ ਸਭ ਤੋਂ ਵੱਡੀ ਗੱਲ ਉਹਦੇ ਵਿੱਚ ਇਹ ਹੈਗੀ ਹੈ ਕਿ ਜਿਹੜਾ ਉੱਥੇ ਦਾ ਇਨਫਰਾਸਟਰਕਚਰ ਹੈ ਉਹ ਕਿਸੇ ਹੋਰ ਕਾਲਜ ਦਾ ਨਹੀਂ ਹੈਗਾ, ਕਿਸੇ ਹੋਰ ਯੂਨੀਵਰਸਿਟੀ ਦਾ ਨਹੀਂ ਹੈਗਾ, ਕਿਸੇ ਹੋਰ ਜਗ੍ਹਾ ਦਾ ਨਹੀਂ ਹੈਗਾ। ਤਾਂ ਬੈਸਟ ਹਾਈ ਲੈਵਲ ਦਾ ਇਨਫਰਾਸਟਰਕਚਰ ਪੜ੍ਹ ਕੇ ਵੀ ਬੱਚਾ 4-5 ਲੱਖ ਰੁਪਈਆ ਲਗਾ ਕੇ ਜੇ ਬੱਚਾ ਫੋਰਨ ਐਜੂਕੇਸ਼ਨ ਉਹਨੂੰ ਮਿਲਦੀ ਹੈ ਤੇ ਹੀ ਇਜ਼ ਪੋਜ਼ਿਟਿਵਲੀ ਗੁੱਡ ਜੀ। ਜਿਹੜੀਆਂ ਆਪਸ਼ਨਸ ਦਿੱਤੀਆਂ ਨੇ ਨਿਤਿਨ ਚਾਵਲਾ ਜੀ ਨੇ, ਠੀਕ ਨੇ ਜੀ। ਸਵਾਲ ਇਹ ਪੈਦਾ ਹੋ ਜਾਂਦਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਵੀ ਦੇਸ਼ ਨੂੰ ਪੇਸ਼ ਕਿਵੇਂ ਕਰ ਰਹੇ ਹਾਂ? ਛੋਟਾ ਦੇਸ਼ ਕਹਿ ਕੇ, ਕੰਮ ਨਹੀਂ ਮਿਲਦਾ, PR ਨਹੀਂ। ਦੇਖੋ, ਅਲਟੀਮੇਟਲੀ ਅਸੀਂ ਜਦੋਂ ਕੈਨੇਡਾ ਵੀ ਜਾਂਦੇ ਹਾਂ ਤਾਂ PR ਪਹਿਲੇ ਦਿਨ ਨਹੀਂ ਮਿਲਦੀ, ਪੜ੍ਹਾਈ ਖਤਮ ਕਰਨੀ ਪੈਂਦੀ ਹੈ, ਫਿਰ ਸਾਨੂੰ ਪੁਆਇੰਟ ਬਣਾਉਣੇ ਪੈਂਦੇ ਨੇ, ਫਿਰ ਵਰਕ ਪਰਮਿਟ 'ਤੇ ਸਾਰਾ ਕੁਝ ਕਰਦੇ ਹਾਂ, ਫਿਰ PR ਮਿਲਦੀ ਹੈ। ਹਰ ਦੇਸ਼ ਦੀ PR ਹੈ। ਸਵਾਲ ਹੈ ਕਿ ਅਸੀਂ ਸੌਖੇ ਰਸਤੇ ਲੱਭਦੇ ਹਾਂ, ਸ਼ਾਰਟਕਟ ਲੱਭਦੇ ਹਾਂ। ਸੋ ਇਸ ਤੋਂ ਪਹਿਲਾਂ ਕਿ ਅਸੀਂ ਕੈਨੇਡਾ ਵੱਲ ਆਈਏ, ਇਨਟੇਕ ਵੱਲ ਆਈਏ, ਕਾਲਜਸ ਕੋਰਸਿਸ ਵੱਲ ਆਈਏ, ਇਸ ਤੋਂ ਪਹਿਲਾਂ
ਮੇਰੇ ਖਿਆਲ ਚਾਵਲਾ ਜੀ ਕੁਝ ਵਿਦਿਆਰਥੀਆਂ ਦੇ ਵੀਜ਼ਾਸ ਜਿਹੜੇ ਅਪਰੂਵ ਹੋਏ ਨੇ ਉਹ ਲੈ ਕੇ ਆਏ ਨੇ ਔਰ ਤੁਹਾਡੇ ਨਾਲ ਸਾਂਝਾ ਕਰਨਗੇ ਜੀ। ਦੇਖੋ ਬਾਰ-ਬਾਰ ਨਾ ਹਰ ਇੰਟਰਵਿਊ ਦੇ ਵਿੱਚ, ਹਰ ਗੱਲਬਾਤ ਦੇ ਵਿੱਚ, ਪ੍ਰਮੋਸ਼ਨ ਦੇ ਵਿੱਚ ਇਹ ਚੱਲ ਰਿਹਾ ਕਿ ਪਤਾ ਨਹੀਂ ਕੈਨੇਡਾ ਦੀ ਨੈਗੇਟਿਵਿਟੀ ਬੜੀ ਫੈਲ ਰਹੀ ਹੈ, ਲੋਕੀ ਕਹਿੰਦੇ ਵੀਜ਼ੇ ਰਿਫਿਊਜ਼ ਹੋ ਰਹੇ ਨੇ। ਬੇਨਤੀ ਹੈ ਕਿ ਜਿਨ੍ਹਾਂ ਦੇ ਬੰਦੇ ਵੀਜ਼ੇ ਨੇ ਉਹਨਾਂ ਦਾ ਮਿਲਦੇ ਪਏ ਨੇ ਬੜੇ ਆਰਾਮ ਨਾਲ, ਡੇਲੀ ਵੀਜ਼ਾਸ ਆ ਰਹੇ ਨੇ। ਅੱਜ ਜਿਹੜੇ ਸਾਡੇ ਕੋਲ 12 ਵੀਜ਼ਾ ਆਏ ਨੇ ਸਵੇਰ ਦੇ, ਬਾਈ ਚਾਂਸ ਇੱਥੇ ਲੁਧਿਆਣੇ ਤੋਂ ਇੱਥੇ ਚੱਲਣ ਤੋਂ ਪਹਿਲੇ ਮੈਂ ਚੈੱਕ ਕਰਕੇ ਪਿਕ ਕਰਕੇ ਲੈ ਕੇ ਆਇਆ। ਇਹ ਸਾਰੀਆਂ ਡੇਟਾਂ ਤੁਸੀਂ ਚੈੱਕ ਕਰੋਗੇ, ਸਾਰੀਆਂ 5 ਜੁਲਾਈ ਦੀਆਂ ਡੇਟਾਂ ਨੇ, ਮਤਲਬ ਕੱਲ੍ਹ ਦੇ ਵੀਜ਼ੇ ਜਿਹੜੇ ਇਹਨਾਂ ਨੇ ਇਸ਼ੂ ਕੀਤੇ ਨੇ। ਅੱਜ ਸਵੇਰੇ ਜਦੋਂ ਤੁਸੀਂ ਆ ਕੇ ਪੋਰਟਲ ਖੋਲ੍ਹੇ ਨੇ ਤੇ ਸਾਰੇ 12 ਦੇ 12 ਵੀਜ਼ੇ ਜਿਹੜੇ ਸਾਡੇ ਨਿਕਲੇ ਨੇ। ਚਾਹੇ ਉਹ ਬੱਚੇ ਦਾ ਨਾਮ ਰੀਆ ਹੈ, ਹਲੇ ਇਹਨਾਂ ਬੱਚਿਆਂ ਨੂੰ ਪਤਾ ਵੀ ਨਹੀਂ ਹੈ ਕਿ ਇਹਨਾਂ ਦੇ ਵੀਜ਼ੇ ਆ ਗਏ, ਮਤਲਬ ਜਿਨ੍ਹਾਂ ਨੂੰ ਦੱਸਤਾ ਹੋਇਆ ਕਿ ਇਹਨਾਂ ਦੀ ਆ ਗਈ ਹੈ। PPR ਹੈ ਜੀ, ਸਾਰੇ ਬੱਚਿਆਂ ਦੀ PPR ਮੇਰੇ ਕੋਲ ਹੱਥ ਵਿੱਚ ਪਈ ਹੈ, ਡੇਟਾਂ ਤੁਸੀਂ ਚੈੱਕ ਕਰ ਸਕਦੇ ਹੋ। ਹਰਸ਼ਵੀਰ ਸਿੰਘ ਸੈਣੀ ਹੈ, ਇੱਕ ਬੱਚਾ ਰੀਆ ਹੈ, ਇੱਕ ਬੱਚਾ ਅਮਨਦੀਪ ਕੌਰ ਹੈ, ਅੱਜ ਦਾ ਭੂਮਿਕਾ ਐਬਰੋਲ ਹੈ, ਮਨੀ ਹੈ, ਸੋ ਮੈਨੀ ਸਟੂਡੈਂਟਸ, ਅਸ਼ੋਕ ਕੁਮਾਰ ਹੈ ਜੀ, ਹਰਪਾਲ ਸਿੰਘ ਹੈ, ਇੱਕ ਬੱਚਾ ਰਿਤਿਕਾ ਹੈ। ਇਹ ਸਾਰੇ ਦੇ ਸਾਰੇ ਰੀਜ਼ਨ ਇਹ ਮੈਂ ਦੱਸਣ ਦਾ, ਇਹ ਸਾਰੀਆਂ ਚੀਜ਼ਾਂ ਲਿਆਂਦਾ। ਪਿਛਲੇ ਲਾਸਟ ਸ਼ੋਅ ਦੇ ਵਿੱਚ ਵੀ ਜਦੋਂ ਅਸੀਂ ਗੱਲ ਕਰ ਰਹੇ ਸੀ ਉਸ ਦਿਨ ਵੀ ਕਾਫੀ ਵੀਜ਼ੇ ਆਏ ਸੀਗੇ ਤੇ ਮੈਡਮ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸੀ ਕਵਿਤਾ ਸਿੰਘ ਕਿ ਆਪਦੇ ਵੀਜ਼ੇ ਆਪਾਂ ਦਿਖਾ ਵੀ ਦਿਆ ਕਰੀਏ ਤਾਂ ਬੈਟਰ ਹੈ। ਤੇ ਅੱਜ ਬਾਈ ਚਾਂਸ ਹੀ ਗੱਡੀ ਦੇ ਵਿੱਚ ਸੀਗੇ ਤੇ ਪਏ ਹੋਏ ਤੇ ਮੈਂ ਲਿਆ ਕੇ ਰੱਖ ਲਏ ਕਿ ਇੱਦਾਂ ਦੀ ਕੋਈ ਨੈਗੇਟਿਵਿਟੀ ਨਹੀਂ ਹੈਗੀ, ਨਾ ਹੀ ਲੋਕਾਂ ਨੂੰ ਫੈਲਾਉਣ ਦੀ ਲੋੜ ਹੈ ਕਿ ਕੈਨੇਡਾ ਦੇ ਵੀਜ਼ੇ ਨਹੀਂ ਆਉਂਦੇ। ਮੈਂ ਅੰਡਰਸਟੈਂਡ ਕਰਦਾ ਕਿ ਨੌਨ SDS ਦੇ ਵੀਜ਼ੇ ਨਹੀਂ ਆ ਰਹੇ, ਪਰ ਜਿਹੜਾ SDS ਵਾਲਾ ਬੱਚਾ ਜੀ ਤੁਹਾਡੇ 60% ਨੰਬਰ ਹੈਗੇ ਨੇ ਤੇ 6 ਬੈਂਡ ਈਚ ਮੋਡਿਊਲ ਹੈਗੇ ਨੇ, ਅੱਜ ਵੀ ਵੀਜ਼ਾ ਸਕਸੈਸ ਰੇਟ 88 ਤੋਂ 90% ਹੈਗਾ ਜੇ। ਤੇ ਜੇ ਤੁਹਾਡਾ ਕਾਲਜ ਵਧੀਆ ਜੇ ਕੋਰਸ ਮਿਸਮੈਚ ਨਹੀਂ ਹੋਇਆ ਤੇ ਵੀਜ਼ਾ ਸਕਸੈਸ ਰੇਟ ਇਜ਼ ਨਾਟ ਐਟ ਆਲ ਅ ਪ੍ਰੋਬਲਮ ਜੀ। ਦੂਜੀ ਬੇਨਤੀ ਮੈਂ ਲਗਾਉਣਾ ਚਾਹਾਂਗਾ ਜੀ, ਇੱਥੇ ਕਿਊਬੈਕ ਦੇ ਕਾਲਜਿਸ ਬਾਰੇ ਵੀ ਬੜੀ ਨੈਗੇਟਿਵਿਟੀ ਫੈਲੀ ਹੈ। ਆਪਾਂ ਨੂੰ ਪਤਾ ਹੈ, ਠੀਕ ਹੈ, ਕੋਈ ਗੱਲ ਨਹੀਂ, ਤਾਂ ਕੀ ਹੋਇਆ, ਜੇ ਗਵਰਨਮੈਂਟ ਦੇ ਰੂਲ ਚੇਂਜ ਹੁੰਦੇ ਰਹਿੰਦੇ ਨੇ। ਪ੍ਰਾਈਵੇਟ ਕਾਲਜਿਸ ਨੇ ਲੈਣੇ ਬੰਦ ਕਰਤੇ ਨੇ ਇਹ ਕਾਲਜਿਸ। ਪ੍ਰਾਈਵੇਟ ਕਾਲਜਿਸ ਦੇ ਵਿੱਚ ਜੇ ਬੱਚਾ 1 ਸਤੰਬਰ ਤੱਕ ਕੋਰਸ ਉਹਦਾ ਖਤਮ ਹੁੰਦਾ ਹੈ ਅਗਲੇ ਸਾਲ ਤੱਕ, ਤੇ ਉਸ ਤੋਂ ਪਹਿਲੇ ਤਾਂ ਉਹਨੂੰ ਫਿਰ ਵਰਕ ਪਰਮਿਟ ਮਿਲ ਜਾਏਗਾ। ਜੇ ਉਸ ਤੋਂ ਬਾਅਦ ਹੋਇਆ ਤਾਂ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ ਹੈ। ਇਹਦੇ ਵਾਸਤੇ 2 ਬੜੀਆਂ ਵਧੀਆ ਆਪਸ਼ਨ ਹੈ ਜੀ ਅੱਜ ਮੇਰੇ ਕੋਲ, ਜਿਹੜੀ ਮੈਂ ਗੱਲ ਕਰਨਾ ਹੈ। ਟ੍ਰਿਬਾਸ ਕਾਲਜ ਇੱਕ ਬੜਾ ਵਧੀਆ ਹੈਗਾ। ਟ੍ਰਿਬਾਸ ਕਾਲਜ ਵਾਲਿਆਂ ਨੇ ਅੱਜ ਹੀ ਮੇਲ ਪਾਈ ਹੈ ਸਾਨੂੰ ਵੀ ਤੇ ਸਾਰੇ ਕਾਲਜਿਸ ਨੂੰ, ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਉਹਨਾਂ ਕੋਲ ਪੜ੍ਹਾਈ ਕੀਤੀ ਹੈ, ਕਿ ਜੇ ਕੋਈ ਬੱਚਾ ਟੀਵੀ ਦੇ ਉੱਪਰ ਸੁਣ ਰਿਹਾ ਹੈ ਤੇ ਉਹਨੇ ਟ੍ਰਿਬਾਸ ਕਾਲਜ ਦੇ ਵਿੱਚ ਐਡਮਿਸ਼ਨ ਲਈ ਹੈ। ਟ੍ਰਿਬਾਸ ਇੱਕ ਮੌਂਟਰੀਅਲ ਦਾ ਬੜਾ ਵਧੀਆ ਫੇਮਸ ਕਾਲਜ ਹੈ, ਸਿੰਸ ਇਟ ਵਾਸ ਅ ਪ੍ਰਾਈਵੇਟ ਕਾਲਜ। ਉਹਨਾਂ ਨੇ ਅੱਜ ਮੇਲ ਪਾਈ ਹੈ ਜੀ। ਟ੍ਰਿਬਾਸ ਇੰਸਟੀਚਿਊਟ ਨੇ ਇੱਕ ਬਹੁਤ ਵਧੀਆ ਕੋਲੈਬੋਰੇਟਿਵ ਪ੍ਰੋਗਰਾਮ ਦੱਸਿਆ ਕਿ ਟ੍ਰਿਬਾਸ ਵਾਲੇ ਦੇ ਆਪਣੇ ਕਾਲਜ ਹੈਗੇ ਨੇ ਜੀ, ਟੋਰਾਂਟੋ ਸਕੂਲ ਆਫ ਮੈਨੇਜਮੈਂਟ, ਨਾਇਗਰਾ ਕਾਲਜ ਹੈਗਾ, ਫਲੈਮਿੰਗ ਕਾਲਜ ਹੈਗਾ ਤੇ ਯੂਨੀਵਰਸਿਟੀ ਕੈਨੇਡਾ ਵੈਸਟ ਹੈਗੀ ਹੈ। ਇਹਨਾਂ ਦਾ ਆਪਣਾ ਗਰੁੱਪ ਹੈ। ਜਿਹੜਾ ਵੀ ਬੱਚਾ ਟ੍ਰਿਬਾਸ ਕਾਲਜ ਮੌਂਟਰੀਅਲ ਦੇ ਵਿੱਚ ਜਾ ਰਿਹਾ ਹੈ, ਉਹ ਅੱਛੀ ਤਰ੍ਹਾਂ ਸੁਣ ਲਓ, ਤੁਸੀਂ ਆਪਦਾ ਪ੍ਰੋਗਰਾਮ ਹੁਣੇ ਦੇ ਹੁਣੇ ਸਵਿਚ ਕਰ ਸਕਦੇ ਹੋ। ਤੁਹਾਡਾ ਵੀਜ਼ਾ ਆਇਆ ਹੋਇਆ, ਤੁਹਾਨੂੰ ਉਸੇ ਪ੍ਰੋਗਰਾਮ ਦੇ ਵਿੱਚ ਗਸ ਜਿਹੜਾ ਹੈਗਾ ਜੀ, ਗਲੋਬਲ ਯੂਨੀਵਰਸਿਟੀ ਸਿਸਟਮ, ਇਹਨਾਂ ਦੇ 4-5 ਆਪਦੇ ਕਾਲਜ ਨੇ ਜਿਹੜੇ ਟੋਰਾਂਟੋ ਦੇ ਵਿੱਚ ਜਾਂ ਵੈਨਕੂਵਰ 'ਚ। ਬੱਚੇ ਨੂੰ ਸਵਿਚ ਮਿਲ ਜਾਏਗਾ, ਬੱਚੇ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਜੇ ਤੁਹਾਡਾ ਜਨਵਰੀ ਇਨਟੇਕ ਦਾ ਵੀਜ਼ਾ ਆ ਗਿਆ ਜਾਂ ਸਤੰਬਰ ਦਾ ਵੀਜ਼ਾ ਆ ਗਿਆ, ਤੁਸੀਂ ਘਬਰਾ ਗਏ ਹੋ ਜੀ ਹੁਣ ਮੇਰੇ ਕਾਲਜ ਦੇ ਵਿੱਚ ਪੜ੍ਹਾਈ ਪੂਰੀ ਹੋਣੀ ਹੈ ਸਤੰਬਰ 2023 ਤੋਂ ਬਾਅਦ, ਤਾਂ ਬਿਲਕੁਲ ਨਾ ਘਬਰਾਓ। ਤੁਹਾਡੀ ਸਾਰੀ ਦੀ ਸਾਰੀ ਟ੍ਰਾਂਸਫਰ ਕਰਵਾਉਣਾ ਵਿਦਾਊਟ ਐਨੀ ਕਾਸਟ ਇਹਨਾਂ ਸਾਰੇ ਕਾਲਜਿਸ ਦੇ ਵਿੱਚ ਜਿਹੜੀ ਹੈ ਟ੍ਰਾਂਸਫਰ ਹੋ ਜਾਏਗੀ। ਪਹਿਲੀ ਬੇਨਤੀ ਜੀ। ਦੂਸਰੀ ਬੇਨਤੀ ਕਿ ਗਵਰਨਮੈਂਟ ਕਾਲਜਿਸ ਜਿਹੜੇ ਨੇ ਇਹਨਾਂ ਨੇ ਐਕਸੈਪਟ ਕਰਨਾ ਸ਼ੁਰੂ ਕਰਤੇ ਨੇ ਬੱਚੇ ਮੌਂਟਰੀਅਲ ਦੇ ਵਿੱਚ। ਤੇ ਜੇ ਤੁਸੀਂ ਪੜ੍ਹ ਰਹੇ ਹੋ ਮੌਂਟਰੀਅਲ ਦੇ ਵਿੱਚ, ਇਹਨੂੰ ਇੰਨਾ ਕਿਊਬੈਕ ਨੂੰ ਨੈਗੇਟਿਵ ਸੋਚਣ ਦੀ ਲੋੜ ਨਹੀਂ ਹੈ, ਕਿਉਂਕਿ ਉਹਨਾਂ ਨੇ ਪ੍ਰਾਈਵੇਟ ਕਾਲਜਿਸ ਦੇ ਵਿੱਚ ਕੀਤਾ ਤਾਂ ਠੀਕ ਹੈ। ਬਾਕੀ ਦੇਖੋ ਸਰ, ਪੂਰੇ ਪ੍ਰਾਈਵੇਟ ਕਾਲਜਿਸ ਜਿੰਨੇ ਸੀਗੇ, ਚਾਹੇ ਟੋਰਾਂਟੋ ਸੀ, ਵੈਨਕੂਵਰ ਸੀ, ਉਹਨਾਂ ਦਾ ਵਰਕ ਪਰਮਿਟ ਨਹੀਂ ਸੀ ਮਿਲਦਾ। ਆਪਾਂ ਨੂੰ ਪਤਾ ਹੀ ਹੈ 2019 ਦੇ ਵਿੱਚ ਇਹਨਾਂ ਨੇ ਗਵਰਨਮੈਂਟ ਕਾਲਜਿਸ ਜਿਹੜੇ ਪ੍ਰਾਈਵੇਟ ਕਾਲਜ ਕਿਊਬੈਕ ਦੇ ਵਿੱਚ ਸੀਗੇ, ਉਹਨਾਂ ਨੂੰ ਪ੍ਰਮੋਟ ਕਰਨ ਦੇ ਚੱਕਰ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਵਰਕ ਪਰਮਿਟ ਦੇਤਾ। ਕੁਝ ਬਲੈਕ ਸ਼ੀਪਸ ਆਈਆਂ, ਉਹਨਾਂ ਨੇ ਗਲਤ ਤਰ੍ਹਾਂ ਦੇ ਬਿਜ਼ਨਸ ਕੀਤੇ, ਉਹਨਾਂ ਨੂੰ ਨਹੀਂ ਸਮਝ ਆਇਆ। ਤੇ ਉਸ ਤੋਂ ਬਾਅਦ ਅੱਜ ਜਿਹੜੇ ਮੈਂ 2 ਕਾਲਜਿਸ ਲੈ ਕੇ ਆਇਆ ਜੀ, ਇੱਕ ਤਾਂ ਲੈ ਕੇ ਆਇਆ ਜੀ ਸੀਚਪ ਦਾ ਮੈਰੀ ਵਿਕਟੋਰੀਅਨ ਕਾਲਜ ਹੈ ਜੀ, ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਦੋਨੋਂ ਤਰ੍ਹਾਂ ਦੇ ਕਾਲਜ ਕੋਰਸ ਨੇ ਇਹਨਾਂ ਕੋਲ। 2-2 ਸਾਲ ਦੇ ਪ੍ਰੋਗਰਾਮ ਨੇ, ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲੇਗਾ ਤੇ $15,000 ਦੇ ਆਸ-ਪਾਸ ਫੀਸ ਵੀ ਘੱਟ ਹੈ। ਦੂਜਾ ਕਾਲਜ ਕੋਰਸ ਸੀਡਪ ਦਾ ਹੈਗਾ ਜੀ, ਸੀਚਪ ਡੀ ਲਾ, ਇਸ ਦੀ ਕਾਲਜ ਹੈ ਜੀ, ਇਹਨਾਂ ਕੋਲ ਵੀ ਅੰਡਰ ਗ੍ਰੈਜੂਏਟ ਤੇ ਬੜੇ ਵਧੀਆ ਕੋਰਸ ਨੇ। ਗੱਲ ਕਰੀਏ ਗਲੋਬਲ ਬਿਜ਼ਨਸ ਮੈਨੇਜਮੈਂਟ, ਸਪਲਾਈ ਚੇਨ ਮੈਨੇਜਮੈਂਟ, ਹਰ ਜਗ੍ਹਾ ਤੇ ਇਸ ਟਾਈਮ ਚੱਲ ਰਿਹਾ। ਬੱਚਾ ਨਾ ਸਰ, ਗੱਲ ਪਤਾ ਕੀ ਹੈ, ਮਾਰ ਕਿੱਥੇ ਖਾਂਦਾ, ਗਲਤ ਕੋਰਸ ਸਿਲੈਕਟ ਕਰਕੇ ਖਾਂਦਾ। ਤੁਸੀਂ ਦੇਖੋਗੇ ਜਿਹੜੀ 90% ਰਿਫਿਊਜ਼ਲ ਆਉਂਦੀ ਹੈ ਉਹ ਰੋਂਗ ਕੋਰਸ ਸਿਲੈਕਸ਼ਨ ਕਰਕੇ ਆਉਂਦੀ ਹੈ। ਤੁਸੀਂ ਵੀ ਬਹੁਤ ਸਾਲ ਤੁਹਾਡਾ ਸ਼ੋਅ ਦੇਖਦੇ ਹੀ ਹੋਗੇ ਨੇ, ਮੈਨੂੰ ਲੱਗਦਾ ਕਿ ਆਮ ਨਵੇਂ 4-5 ਸਾਲ ਪੁਰਾਣੇ ਕੰਸਲਟੈਂਟ ਨਾਲੋਂ ਜ਼ਿਆਦਾ ਨੌਲੇਜ ਤੁਹਾਨੂੰ ਹੋ ਗਈ ਹੋਣੀ ਹੈ ਸ਼ੋਅ ਕਰਕੇ। ਇੰਨੀਆਂ ਸਾਰੀਆਂ ਚੀਜ਼ਾਂ ਦੇਖ ਕੇ ਪਾਰਟ ਆਫ ਬਿਜ਼ਨਸ ਹੋ ਗਿਆ ਨਾ, ਰੋਜ਼ ਦੀ ਗੱਲ ਬਣ ਗਈ ਹੈ, ਰੋਜ਼ ਦੀ ਸਭ ਦੀਆਂ ਗੱਲਾਂ ਸੁਣਨੀਆਂ ਕਰਨੀਆਂ। ਤੁਸੀਂ ਆਪ ਰਿਸਰਚ ਕਰਕੇ ਬਹਿੰਦੇ ਹੋ ਜਦੋਂ ਕੈਮਰਾ ਸਾਹਮਣੇ ਬਹਿੰਦੇ ਹੋ। ਸੋ ਸਵਾਲ ਹੈ ਕਿ ਇੱਦਾਂ ਦੇ ਕੋਰਸਿਸ ਨੇ ਜਿਹੜੇ ਬੱਚੇ ਨੂੰ ਪਤਾ ਹੀ ਨਹੀਂ ਹੈ। ਲੌਜਿਸਟਿਕ ਮੈਨੇਜਮੈਂਟ, ਪੂਰਾ ਕੈਨੇਡਾ ਸਿਰਫ ਇੰਪੋਰਟ ਐਕਸਪੋਰਟ ਦੇ ਉੱਪਰ ਡਿਪੈਂਡ ਕਰਦਾ ਹੈ, ਹਰ ਇੱਕ ਚੀਜ਼ ਹੈ। ਕੋਈ ਮੈਨੂਫੈਕਚਰਿੰਗ ਨਹੀਂ ਕਰਦੇ, ਕੋਈ ਫੈਕਟਰੀਆਂ ਨਹੀਂ ਲਗਾਈਆਂ ਹੋਈਆਂ। ਸੋ ਜਿਹਨੂੰ ਗਲੋਬਲ ਬਿਜ਼ਨਸ ਮੈਨੇਜਮੈਂਟ ਸਮਝ ਆ ਗਈ ਹੈ, ਜਿਹਨੂੰ ਲੌਜਿਸਟਿਕ ਮੈਨੇਜਮੈਂਟ ਸਮਝ ਆ ਗਿਆ, ਸਪਲਾਈ ਚੇਨ ਮੈਨੇਜਮੈਂਟ ਸਮਝ ਆ ਗਈ ਹੈ, ਉਹਦੇ ਵਾਸਤੇ ਤਾਂ ਐਂਪਲ ਅਪੋਰਚੁਨਿਟੀਜ਼ ਨੇ। ਉਹਨੂੰ ਪਤਾ ਕਿ ਸਾਰਾ ਕੁਝ ਅਮਰੀਕਾ ਦੇ ਥਰੂ ਹੋਣਾ, ਜਾਂ ਕੈਨੇਡਾ ਦੇ ਥਰੂ, ਜਾਂ ਚਾਈਨਾ ਦੇ ਥਰੂ ਹੋਣਾ, ਜਾਂ ਇੰਡੀਆ ਤੋਂ ਮਾਲ ਆਉਣਾ, ਤੇ ਉਹ ਸਾਰਾ ਲੌਜਿਸਟਿਕਸ ਹੀ ਹੈ। ਆਪਦੇ ਪੰਜਾਬੀ ਜਿੰਨੇ ਹੈਗੇ ਨੇ ਵਧੀਆ ਪੜ੍ਹੇ ਲਿਖੇ, PhD ਕਰਕੇ ਵੀ ਬੱਚੇ ਉੱਥੇ ਟਰੱਕ ਚਲਾਉਂਦੇ ਪਏ ਨੇ, ਕਰ ਕੀ ਰਹੇ ਨੇ, ਲੌਜਿਸਟਿਕ ਮੈਨੇਜਮੈਂਟ ਹੀ ਕਰ ਰਹੇ ਨੇ ਸਾਰਾ ਕੁਝ। ਸੋ ਦਿਸ ਇਜ਼ ਵਾਟ ਮੋਬਾਈਲ ਐਪ ਡਿਵੈਲਪਮੈਂਟ ਇਹਨਾਂ ਕੋਲ ਪ੍ਰੋਗਰਾਮ ਹੈਗਾ, ਬਹੁਤ ਵਧੀਆ ਪ੍ਰੋਗਰਾਮ ਹੈ। ਮੋਬਾਈਲ ਐਪਲੀਕੇਸ਼ਨ ਅੱਜ ਮੈਂ ਕਹਿੰਦਾ ਕਿ ਹਰ ਮੋਬਾਈਲ ਦੇ ਵਿੱਚ, ਚਾਹੇ WhatsApp ਤੋਂ ਲੈ ਕੇ ਬੈਂਕਾਂ ਦੀ ਐਪ ਤੱਕ, ਹਰ ਇੱਕ ਚੀਜ਼
ਟੈਕਨੋਲੋਜੀਜ਼ ਜਿਹੜੇ ਮੋਬਾਈਲ ਐਪ ਦੇ ਉੱਪਰ ਆ ਗਿਆ ਹੋਇਆ। ਇਹ ਇਹਨਾਂ ਦੇ ਕੋਰਸ ਹੋਏਗਾ ਬਹੁਤ ਵਧੀਆ। ਸੀਜਪ ਦੇ ਕੋਲ ਹੈਗੇ ਨੇ ਕੋਰਸ। ਅਰਲੀ ਚਾਈਲਡਹੁੱਡ ਦਾ ਪ੍ਰੋਗਰਾਮ ਹੈਗਾ ਜੀ ਮੈਡੀਕਲ ਵਾਲੇ ਬੱਚੇ ਵਾਸਤੇ, ਜਾਂ ਪ੍ਰੋਜੈਕਟ ਮੈਨੇਜਮੈਂਟ ਹੈਗਾ। ਕੋਈ ਵੀ ਬੱਚਾ ਕਿਸੇ ਵੀ ਫੀਲਡ ਦੇ ਵਿੱਚ ਉਹਨੇ ਜੇ ਕੀਤਾ ਹੋਇਆ ਗ੍ਰੈਜੂਏਸ਼ਨ ਕੀਤੀ ਹੈ, ਜਿੱਦਾਂ ਟੈਕਨੀਕਲੀ ਖਾਸ ਕਰਕੇ ਜੇ ਕੋਈ ਬੱਚਾ ਬੀਟੈਕ ਹੈ ਤਾਂ ਉਹਨੂੰ ਪ੍ਰੋਜੈਕਟ ਮੈਨੇਜਮੈਂਟ ਦੇ ਪ੍ਰੋਗਰਾਮ 'ਚ ਜਾਣਾ ਚਾਹੁੰਦਾ ਹੈ। ਸੋ ਬੇਨਤੀ ਇਸ ਪਲੇਟਫਾਰਮ ਦੇ ਉੱਪਰ ਇਹ ਕਾਲਜਿਸ ਦਾ ਨਾਮ ਲੈਣ ਵਾਸਤੇ ਇਹ ਹੈ ਕਿ ਜਿਹੜਾ ਬੱਚਾ ਕਿਊਬੈਕ ਨੂੰ ਲੈ ਕੇ ਜਾਂ ਮੌਂਟਰੀਅਲ ਨੂੰ ਲੈ ਕੇ ਨੈਗੇਟਿਵ ਹੋਇਆ ਫਿਰਦਾ ਹੈ, ਸਵਾਲ ਹੈ ਕਿ ਪ੍ਰਾਈਵੇਟ ਕਾਲਜ ਵਿੱਚ ਤੁਸੀਂ ਜਾਣਾ ਅਵੋਇਡ ਕਰੋ। ਅਸੀਂ ਪਹਿਲੇ ਵੀ ਕਹਿੰਦੇ ਸੀ, ਅਸੀਂ ਅੱਜ ਵੀ ਕਹਿੰਦੇ ਹਾਂ, ਜਿਹੜੇ ਪਬਲਿਕ ਕਾਲਜਿਸ ਹੈਗੇ ਨੇ ਉਹਨਾਂ ਵਿੱਚ ਪੜ੍ਹਾਈ ਕਰਕੇ ਤੁਹਾਨੂੰ ਵਰਕ ਪਰਮਿਟ ਵੀ ਮਿਲਣਾ ਹੈ, ਤੁਹਾਨੂੰ ਪਾਰਟ ਟਾਈਮ ਜੌਬ ਵੀ ਮਿਲਣੀ ਹੈ। ਫ੍ਰੈਂਚ ਏਰੀਆ ਤਾਂ ਜ਼ਰੂਰ ਆਈ ਅੰਡਰਸਟੈਂਡ ਕੀ ਹੈਗਾ, ਪਰ ਮੌਂਟਰੀਅਲ ਇਜ਼ ਮਲਟੀ ਕਲਚਰਲ ਪਲੇਸ। ਤੁਸੀਂ ਵੀ ਵਿਜ਼ਿਟ ਕੀਤਾ, ਮੈਂ ਵੀ ਕੀਤਾ। ਮੌਂਟਰੀਅਲ ਇੱਕ ਇੱਦਾਂ ਦਾ ਪਲੇਸ ਹੈ ਜਿੱਥੇ ਤੁਹਾਡਾ ਇੰਗਲਿਸ਼ ਨਾਲ ਸਰਵਾਈਵਲ ਹੋ ਜਾਂਦਾ ਹੈ। ਬਾਕੀ ਕਿਊਬੈਕ ਦੇ ਵਿੱਚ ਤੁਹਾਡੇ ਕੋਲ ਫ੍ਰੈਂਚ ਆਉਣੀ ਜ਼ਰੂਰੀ ਹੈ ਜੀ। ਜਿਵੇਂ ਤੁਸੀਂ ਕਿਊਬੈਕ ਦੀ ਗੱਲ ਕੀਤੀ, ਅੱਜ ਪੰਜਾਬ ਦੇ ਵਿੱਚ ਇਹ ਵੀ ਗੱਲ ਹੋ ਰਹੀ ਹੈ ਕਿ ਕੈਨੇਡਾ ਦੇ ਬਹੁਤ ਸਾਰੀਆਂ ਸਟੇਟਸ, ਪ੍ਰੋਵਿੰਸਸ, ਖਾਸ ਕਰ ਬ੍ਰਿਟਿਸ਼ ਕੋਲੰਬੀਆ ਵਰਗੀ ਸਟੇਟਾਂ ਨੇ ਇਹ ਕਹਿਤਾ ਕਿ ਜਿਹੜੇ ਸੈਟੇਲਾਈਟ ਕੈਂਪਸ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਪੜ੍ਹਦੇ ਹੋ ਜਾ ਕੇ ਤਾਂ ਵਰਕ ਰਾਈਟਸ ਨਹੀਂ ਮਿਲਣੇ ਤੁਹਾਨੂੰ। ਇਹ ਸਵਾਲ ਪੈਂਡਿੰਗ ਰੱਖ ਲੈਣੇ। ਕਾਲ ਕਾਫੀ ਵਾਰ ਵੱਜ ਚੁੱਕੀ ਹੈ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਸਵਾਲ ਹੈ ਮੇਰੀ ਨਾ 2020 ਦੇ ਰਿਜ਼ਲਟ ਸੀ ਕੈਨੇਡਾ ਤੋਂ ਜੀ, ਕੋਵਿਡ ਤੋਂ ਪਹਿਲਾਂ ਜੀ। ਤੇ ਸਰ ਮੇਰੀ ਗ੍ਰੈਜੂਏਸ਼ਨ ਸੀਗੀ, ਉਸ ਤੋਂ ਬਾਅਦ ਮੈਂ ਰੈਗੂਲਰ ਨਾ ਜੌਬ ਕਰ ਰਿਹਾ ਸੀ। 1 ਲੱਖ ਤੱਕ ਜੌਬ ਕਰ ਰਿਹਾ ਸੀ ਜੀ ਪ੍ਰਾਈਵੇਟ ਸੈਕਟਰ 'ਚ। ਤੇ ਸਰ ਮੈਂ ਪੁੱਛਣਾ ਸੀ ਕਿ ਮੈਂ ਦੁਬਾਰਾ ਰੀਅਪਲਾਈ ਕਰ ਸਕਦਾ ਹਾਂ ਜੀ? ਪਹਿਲਾਂ ਮੇਰੇ 160 ਸੀਗੇ, ਪਤਾ ਹੁਣ ਮੇਰੇ 6 ਨੇ, ਕੋਈ ਇਸ਼ੂ ਤਾਂ ਨਹੀਂ ਹੋਊਗਾ? ਮੇਰੀ ਪ੍ਰੀਵੀਅਸ ਰਿਫਿਊਜ਼ਲ ਆਉਦਾ ਜੀ। ਬੈਂਡ 6 'ਚ ਹੈਗੇ ਨੇ। ਬੈਂਡ 6 'ਚ ਨੇ ਤੁਹਾਡੇ? ਹਾਂਜੀ ਹਾਂਜੀ ਸਰ, 6 ਨੇ ਜੀ। ਹਾਂ, ਕੋਈ ਗੱਲ ਨਹੀਂ, ਤੁਸੀਂ ਆਪਦੇ ਕੇਪਸ ਨੋਟ ਨਿਕਲਵਾਓ। ਕੇਪਸ ਨੋਟ ਜਿਹੜੇ ਤੁਸੀਂ ਨਿਕਲਵਾਉਂਦੇ ਹੋ ਉਹਦੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਕੀ ਰੀਜ਼ਨ ਹੈ ਰਿਫਿਊਜ਼ਲ ਦਾ। ਦੇਖੋ, ਅੰਬੈਸੀ ਬੈਠੀ ਹੈ ਵੀਜ਼ਾ ਦੇਣ ਵਾਸਤੇ, ਉਹਨਾਂ ਨੇ ਦਫ਼ਤਰ ਖੋਲ੍ਹੇ ਵੀਜ਼ਾ ਦੇਣ ਵਾਸਤੇ, ਉਹਨਾਂ ਨੇ ਰਿਫਿਊਜ਼ਲ ਦੇਣ ਵਾਸਤੇ ਨਹੀਂ ਦਫ਼ਤਰ ਖੋਲ੍ਹੇ ਹੋਏ। ਸਮਝੋ, ਤੁਹਾਨੂੰ ਸਿਰਫ ਅੰਡਰਸਟੈਂਡ ਕਰਨਾ ਕਿ ਕੀ ਤੁਹਾਡਾ ਪ੍ਰੋਫਾਈਲ ਉਹਦੇ ਨਾਲ ਮੈਚ ਕਰਦਾ ਹੈ ਜਾਂ ਨਹੀਂ ਮੈਚ ਕਰਦਾ ਹੈ। ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਤੁਸੀਂ ਪੂਰੀ ਕਰਦੇ ਹੋ ਕਿ ਨਹੀਂ ਕਰਦੇ ਹੋ। ਜੇ 6 ਬੈਂਡ ਈਚ ਮੋਡਿਊਲ ਹੈਗੇ ਨੇ, 60% ਨੰਬਰ ਹੈਗੇ ਨੇ, 1 ਸਾਲ ਦੀ ਫੀਸ ਪੇ ਕੀਤੀ ਹੈ, GIC ਪੇ ਕੀਤਾ ਤੇ ਕੋਰਸ ਬਿਲਕੁਲ ਰੈਲੇਵੈਂਟ ਹੈ, ਦੈਨ ਵੀਜ਼ਾ ਵਿਲ ਬੀ ਦੇਅਰ। ਤੁਹਾਨੂੰ ਫਿਰ ਘਬਰਾਉਣ ਦੀ ਲੋੜ ਨਹੀਂ ਹੈਗੀ। ਤੁਸੀਂ ਆਪਦਾ ਫਾਈਲ ਦੁਬਾਰਾ ਨਿਕਲਵਾ ਲਓ, ਕੇਪਸ ਨੋਟ ਭਰੋ, ਉਹਦੇ 'ਚ ਫਾਈਲ ਦੀ ਕਾਪੀ ਜ਼ਰੂਰ ਦੁਬਾਰਾ ਹੋਵੇ ਜਿਹਦੇ 'ਚ SOP ਤੱਕ ਕਿੱਦਾਂ ਲਿਖੀ ਗਈ ਸੀ, ਕਿੱਦਾਂ ਜਸਟੀਫਾਈ ਕੀਤਾ ਸੀ। ਆਪਾਂ ਕਈ ਵਾਰੀ ਦੇਖਦੇ ਜਿਹੜੀ ਰਿਫਿਊਜ਼ਲ ਦਾ ਰੀਜ਼ਨ ਆਉਂਦਾ ਨਾ, ਅੰਬੈਸੀ ਕਹਿੰਦੀ ਹੈ ਕਿ ਅਸੀਂ ਇਸ ਗੱਲ ਤੋਂ ਕਲੀਅਰ ਨਹੀਂ ਹੈ ਕਿ ਤੁਸੀਂ ਵਾਪਸ ਆਓਗੇ। ਉੱਥੇ ਕਮੀ ਕੀ ਰਹਿੰਦੀ ਹੈ ਕਿ ਆਪਾਂ ਜਸਟੀਫਾਈ ਨਹੀਂ ਕਰ ਪਾਉਂਦੇ ਕਿ ਮੇਰਾ ਆਪਣੇ ਦੇਸ਼ ਨਾਲ, ਮੇਰਾ ਆਪਣੇ ਫੈਮਿਲੀ ਨਾਲ, ਮੇਰਾ ਸਾਰੀਆਂ ਚੀਜ਼ਾਂ ਨਾਲ ਪਿਆਰ ਕਿੰਨਾ ਜ਼ਿਆਦਾ ਹੈ। ਡਬਲ ਕੰਮ ਹੈ। ਪਹਿਲਾ ਕੰਮ ਤਾਂ ਇਹ ਹੈ ਕਿ ਅੰਬੈਸੀ ਆਪ ਕਹਿੰਦੀ ਹੈ ਕਿ ਤੁਸੀਂ ਸਾਡੇ ਕੋਲ ਆਓ, 2 ਸਾਲ ਪੜ੍ਹੋ ਤੇ 3 ਸਾਲਾਂ ਦਾ ਵਰਕ ਪਰਮਿਟ ਦੇਵਾਂਗੇ ਤੇ ਬਾਅਦ 'ਚ PR ਵੀ ਦੇਵਾਂਗੇ। ਦੂਜਾ ਇਹ ਵੀ ਚਾਹੁੰਦੇ ਨੇ ਕਿ ਤੁਹਾਡੇ ਕੋਲ ਵਾਪਸ ਆਉਣ ਦਾ ਵੀ ਸਿਸਟਮ ਹੋਣਾ ਚਾਹੀਦਾ ਕਿ ਜੇ ਤੁਹਾਡੀ ਗੱਲ ਨੂੰ PR ਨਹੀਂ ਹੁੰਦੀ ਹੈ, ਤੁਸੀਂ ਸਾਡੇ ਤੇ ਡਿਪੈਂਡ ਨਾ ਹੋਵੋ। ਕੰਟਰੀਆਂ ਤੇ ਵੈਰੀ ਸ਼ਾਰਪ, ਦੇ ਆਰ ਵੈਰੀ ਵੈਰੀ ਸ਼ਾਰਪ। ਸਮਾਰਟ ਪਾਲਿਸੀ ਤਾਂ ਇਹ ਕਹਿੰਦੀ ਹੈ ਕਿ ਤੁਸੀਂ PR ਲਓ, ਪਰ ਇਹ ਤਾਂ ਨਹੀਂ ਕਹਿ ਰਹੇ ਕਿ ਉਹ ਜੇ ਤੁਸੀਂ ਐਲੀਜੀਬਲ ਹੀ ਨਹੀਂ ਹੋ ਪਾ ਰਹੇ ਤਾਂ ਮੁੜ ਕੇ ਤੁਸੀਂ ਤੰਗ ਪਰੇਸ਼ਾਨ ਕਰੋਗੇ, ਸਾਨੂੰ ਵੀ ਕਰੋਗੇ, ਆਪ ਵੀ ਹੋਣਗੇ। ਤੁਸੀਂ ਇਫ ਯੂ ਆਰ ਨਾਟ ਐਲੀਜੀਬਲ, ਗੋ ਬੈਕ ਟੂ ਯੂਰ ਕੰਟਰੀ। ਤੇ ਤੁਸੀਂ ਜਸਟੀਫਾਈ ਕਰੋ ਕਿ ਤੁਹਾਡੇ ਕੋਲ ਸਭ ਕੁਝ ਹੈਗਾ ਤੁਹਾਡੀ ਆਪਣੀ ਕੰਟਰੀ। ਤੇ ਤੁਹਾਨੂੰ ਇਹਦੇ 'ਚ ਇਮੋਸ਼ਨਲ ਟਾਈਸ ਦਿਖਾਣੇ ਪੈਂਦੇ ਨੇ ਕਿ ਮੇਰੀ ਫੈਮਿਲੀ 'ਚ ਮੇਰੇ ਪਿੱਛੋਂ ਕੌਣ ਹੈਗਾ, ਉਹਨਾਂ ਨਾਲ ਕਿੱਦਾਂ ਦੀ ਮੇਰੀ ਇਮੋਸ਼ਨਲ ਬੌਂਡਿੰਗ ਹੈਗੀ ਹੈ, ਫਾਦਰ ਦਾ ਕੀ ਬਿਜ਼ਨਸ ਹੈ, ਮਦਰ ਦਾ ਕੀ ਬਿਜ਼ਨਸ। ਕੋਈ ਪ੍ਰੂਫ ਨਾ ਲਗਾਓ, ਦੇਰ ਇਜ਼ ਨੋ ਰਿਕੁਆਇਰਮੈਂਟ ਅੰਡਰ SDS, ਕੋਈ ਡਾਕੂਮੈਂਟ ਦੀ ਰਿਕੁਆਇਰਮੈਂਟ ਨਹੀਂ ਹੈ। ਬਟ ਯੈਸ, ਤੁਸੀਂ ਆਪਣੇ ਫਾਰਮਸ ਦੇ ਵਿੱਚ ਜਾਂ ਤੁਸੀਂ ਸਟੂਡੈਂਟ ਕੁਐਸਚਨਰ ਦੇ ਵਿੱਚ ਨਾਲ ਤੁਸੀਂ SOP ਦੇ ਵਿੱਚ ਜਸਟੀਫਾਈ ਕਰਦੇ ਹੋ ਕਿ ਕੋਈ ਇੱਕ ਵੈਲ ਐਸਟੈਬਲਿਸ਼ਡ ਫੈਮਿਲੀ ਤੋਂ ਹੈ। ਜੇ ਮੈਂ ਇੰਡੀਆ ਵਾਪਸ ਵੀ ਆਉਂਦਾ ਤਾਂ ਦੇਰ ਆਰ ਸੋ ਮੈਨੀ ਅਪੋਰਚੁਨਿਟੀਜ਼ ਫॉर ਮੀ। ਇੰਡੀਆ ਕਿਹੜਾ ਕੋਈ ਛੋਟਾ ਦੇਸ਼ ਹੈ, ਬਹੁਤ ਵੱਡਾ ਦੇਸ਼ ਹੈ, ਬਹੁਤ ਸਾਰੀ ਮਲਟੀਨੈਸ਼ਨਲ ਕੰਪਨੀਆਂ ਨੇ, ਡੋਮੈਸਟਿਕ ਕੰਪਨੀਆਂ ਇੰਨੀਆਂ ਨੇ ਜਿੱਥੇ ਮਰਜ਼ੀ ਬੱਚਾ ਜੌਬ ਕਰ ਸਕਦਾ ਜਾਂ ਇੰਟਰਨੈਸ਼ਨਲ ਐਕਸਪੋਜ਼ਰ ਲੈ ਕੇ ਜੇ ਆਪਣਾ ਬਿਜ਼ਨਸ ਕਰਦਾ ਹੈ। ਤੇ ਅਸੀਂ ਦੇਖਿਆ ਕਿ ਕਈ ਐਸੇ ਬੰਦੇ ਨੇ ਜਿਹੜੇ ਛੋਟੀ ਜਿਹੀ ਦੁਕਾਨਦਾਰੀ ਤੋਂ ਲੈ ਕੇ ਫੈਕਟਰੀਆਂ ਮਿਲਾਂ ਤੱਕ ਦੇ ਮਾਲਕ ਬਣ ਗਏ, ਕਿਉਂਕਿ ਉਹਨਾਂ ਨੇ ਮੋਡਸ ਆਪਰੈਂਡੀ ਸਮਝ ਲਈ ਕਿ ਕੰਮ ਕਿੱਦਾਂ ਕਰਨਾ ਹੈ। ਜਾਂ ਤਾਂ ਬੰਦਾ ਸਿਰਫ ਆਪਣੀ ਸੋਚ ਸਮਝ ਨੂੰ ਵਧਾਉਣ ਵਾਸਤੇ ਜਾ ਰਿਹਾ ਨਾ, ਫੋਰਨ ਜਾ ਰਿਹਾ, ਐਕਸਪੋਜ਼ਰ ਲੈਣ ਵਾਸਤੇ ਜਾ ਰਿਹਾ ਨਾ, ਤੇ ਉਹਨਾਂ ਚੀਜ਼ਾਂ ਨੂੰ ਆਪਾਂ ਨੂੰ ਜਸਟੀਫਾਈ ਕਰਨਾ ਹੈ ਕਿ ਮੈਂ ਫੋਰਨ ਐਜੂਕੇਸ਼ਨ ਦੇ ਵਿੱਚ ਇਸ ਕਰਕੇ ਜਾ ਰਿਹਾ ਕਿ ਮੈਨੂੰ ਐਕਸਪੋਜ਼ਰ ਮਿਲ ਸਕੇ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜੀ, ਇੱਕ ਬੱਚਾ ਸੀਗਾ ਬੇਕਿੰਗ ਐਂਡ ਪੇਸਟਰੀ ਆਰਟਸ ਮੈਨੇਜਮੈਂਟ ਦਾ ਕੋਰਸ ਕਰਕੇ ਆਇਆ ਆਸਟ੍ਰੇਲੀਆ ਤੋਂ। ਬੇਕਿੰਗ ਐਂਡ ਪੇਸਟਰੀ ਆਰਟ ਤੁਹਾਨੂੰ ਪਤਾ 2008-9 ਚ ਬੜਾ ਚੱਲਦਾ ਹੁੰਦਾ ਸੀ, ਯਾਦ ਹੋਣਾ ਤੁਹਾਨੂੰ, ਹਨਾ? ਆਪਾਂ ਹੋਮਸ ਦੇ ਵਿੱਚ ਤੇ ਸਾਰੇ ਕਾਲਜਿਸ ਚ ਭੇਜਦੇ ਹੁੰਦੇ ਸੀ ਟੋਕਰੀ। ਹਾਂ, ਅੱਛਾ, ਬੱਚੇ ਨੇ PR ਨਹੀਂ ਲਈ ਆਪਣੀ ਮਰਜ਼ੀ ਨਾਲ, ਦਿੱਲੀ ਆ ਕੇ ਉਹਨੇ ਆਪਦਾ ਰੈਸਟੋਰੈਂਟ ਖੋਲ੍ਹਿਆ। ਅੱਜ ਮੈਂ ਨਾਮ ਤਾਂ ਨਹੀਂ ਲੈ ਸਕਦਾ TV ਦੇ ਉੱਪਰ, ਪਰ ਅੱਜ ਉਹ ਲੰਬਾ ਚੌੜਾ ਖਾਸਾ ਬ੍ਰਾਂਡ ਹੈ। ਐਵਰੀਬਡੀ ਨੋਜ਼ ਹਿਮ ਕਿ ਉਹ ਬੱਚਾ ਆਸਟ੍ਰੇਲੀਆ ਤੋਂ ਪੜ੍ਹ ਕੇ ਆਇਆ ਸੀ, ਕੁੱਕਰੀ ਦਾ ਤੇ ਬੇਕਿੰਗ ਪੇਸਟਰੀ ਆਰਟਸ ਮੈਨੇਜਮੈਂਟ ਦਾ ਕੋਰਸ ਕਰਕੇ ਆਇਆ ਸੀ। ਸੋ ਵਨ ਹੈਜ਼ ਟੂ ਡੂ ਐਨੀਥਿੰਗ ਐਨੀਵੇਅਰ ਹੀ ਕੈਨ ਡੂ ਇਟ। ਜਿਹਨੇ ਕੁਝ ਕਰਨਾ ਹੈ ਨਾ, ਦ ਵਨ ਹੂ ਵਾਂਟਸ ਟੂ ਡੂ ਐਨੀਥਿੰਗ ਹੀ ਕੈਨ ਡੂ ਇਟ ਐਨੀਵੇਅਰ। ਉਹਨੂੰ ਜ਼ਰੂਰੀ ਨਹੀਂ ਕਿ ਆਸਟ੍ਰੇਲੀਆ ਦੇ ਉੱਪਰ ਡਿਪੈਂਡ ਹੈਗਾ ਜਾਂ ਕਿਤੇ ਵੀ ਡਿਪੈਂਡ ਹੈ। ਮੈਂ ਆਸਟ੍ਰੇਲੀਆ ਬਾਰੇ ਤੁਸੀਂ ਗੱਲ ਛੇੜੀ, ਮੈਂ ਆਸਟ੍ਰੇਲੀਆ ਦੇ ਇਸ ਵਕਤ ਐਕਚੁਅਲ ਸਿਚੁਏਸ਼ਨਸ ਕੀ ਹੈਗੀ ਹੈ, ਕਿਹਨਾਂ ਦਾ ਵੀਜ਼ਾ ਆ ਰਿਹਾ ਔਰ ਕਿਹਨਾਂ ਨੂੰ ਵੀਜ਼ਾ ਨਹੀਂ ਮਿਲ ਪਾ ਰਿਹਾ?
ਐਕਚੁਅਲ ਦੇ ਵਿੱਚ ਓਨੈਸਟਲੀ ਸਪੀਕਿੰਗ ਸਰ ਬੜਾ ਪੋਜ਼ਿਟਿਵ ਵੀਜ਼ਾ ਸਕਸੈਸ ਰੇਟ ਹੈ ਜਿਨ੍ਹਾਂ ਦੇ ਡਿਗਰੀ ਪ੍ਰੋਗਰਾਮ ਨੇ, ਡਿਪਲੋਮਾ ਪ੍ਰੋਗਰਾਮ 'ਚ ਵੀਜ਼ੇ ਨਹੀਂ ਆ ਰਹੇ ਨੇ। ਸੋ ਡਿਗਰੀ ਪ੍ਰੋਗਰਾਮ ਤੇ ਮਾਸਟਰ ਡਿਗਰੀ ਪ੍ਰੋਗਰਾਮ ਦੇ ਵਿੱਚ ਵੀਜ਼ੇ ਬੜੇ ਆਰਾਮ ਨਾਲ ਆ ਰਹੇ ਨੇ। ਲੈਵਲ 1 ਯੂਨੀਵਰਸਿਟੀਆਂ ਦੇ ਜਾਂ ਕਾਲਜਿਸ ਦੇ ਵੀਜ਼ੇ ਬੜੇ ਆਰਾਮ ਨਾਲ ਆ ਰਹੇ ਨੇ। ਜੁਲਾਈ ਇਨਟੇਕ ਬਹੁਤ ਹੀ ਵਧੀਆ ਗਿਆ, ਟੱਚਵੁੱਡ 100% ਗਿਆ ਸਾਡੇ ਵੱਲੋਂ ਤਾਂ। ਇਸ ਤੋਂ ਬਾਅਦ ਸੈਪਟੰਬਰ ਦੇ ਵਿੱਚ ਛੋਟਾ ਜਿਹਾ ਇਨਟੇਕ ਹੈਗਾ, ਸੈਪਟੰਬਰ ਅਕਤੂਬਰ ਕਈ ਕਾਲਜਿਸ ਦਾ 1-2 ਮਹੀਨੇ ਬਾਅਦ ਵੀ ਇਨਟੇਕ ਹੁੰਦਾ ਹੈ। ਮੇਜਰ ਇਨਟੇਕ ਦੇਰ ਆਰ 2 ਇਨਟੇਕਸ ਓਨਲੀ, ਜੁਲਾਈ ਤੋਂ ਬਾਅਦ ਫੈਬਰਰੀ ਬੱਚੇ ਨੂੰ ਟਾਰਗੇਟ ਕਰਨਾ ਚਾਹੀਦਾ। ਦੇਖੋ ਜੇ 3 ਮਹੀਨੇ ਪੁਰਾਣੇ ਫੰਡ ਹੈਗੇ ਨੇ, ਕੋਈ ਸਰਚ ਫੰਡ ਨਹੀਂ ਲਗਾਉਣ ਦੀ ਲੋੜ ਹੈਗੀ। ਲੋਕੀ ਨਾ ਰਸਤਾ ਸ਼ਾਰਟਕਟ ਲੋਕੀ ਬੜਾ ਲੱਭਦੇ ਨੇ। ਮੈਂ ਐਂਡ ਆਫ ਦਾ ਡੇ ਗੱਲ ਦੱਸਾਂ ਰਣਵੀਰ ਜੀ, ਹੁੰਦਾ ਪਤਾ ਕੀ ਹੈ, ਬੱਚਾ ਪੈਸੇ ਵੀ ਪੂਰੇ ਖਰਚਦਾ, ਪੈਸੇ ਵੀ ਵੱਧ ਹੀ ਖਰਚ ਦਿੰਦਾ, ਰਸਤਾ ਵੀ ਸ਼ਾਰਟਕਟ ਅਪਣਾਉਂਦਾ, ਜਾਂ ਗਲਤ ਰਸਤਾ ਪਾਉਂਦਾ, ਰਿਫਿਊਜ਼ਲ ਲਗਾ ਕੇ ਫਿਰ ਵਾਪਸ ਆਉਂਦਾ। ਸੋ ਕੋਈ ਨਹੀਂ ਸੋਚਦਾ ਜੀ ਕਿ ਅਲਟੀਮੇਟਲੀ ਨੁਕਸਾਨ ਤਾਂ ਮੇਰਾ ਬੱਚੇ ਦਾ। ਹਾਂ ਬਿਲਕੁਲ, ਉਹਨੂੰ ਇਹ ਸੋਚਣਾ ਚਾਹੀਦਾ। ਹਾਂ ਇਹ ਸੋਚਣਾ ਚਾਹੀਦਾ ਜਿਹੜਾ ਕੰਸਲਟੈਂਟ ਆ ਕੰਮ ਕਰ ਰਿਹਾ ਉਹਦੇ ਵਾਸਤੇ ਤਾਂ ਬਿਜ਼ਨਸ ਹੈ ਨਾ, ਹੀ ਹੈਜ਼ ਟੂ ਡੂ ਸਮਥਿੰਗ ਫॉर दैट। ਬਟ ਉਹਦੇ 'ਚ ਬੱਚੇ ਨੂੰ ਆਪਦਾ ਸੋਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੇ ਪੈਸੇ ਉਨੇ ਹੀ ਲੱਗ ਰਹੇ ਨੇ, ਕਿਉਂ ਮੈਂ ਪੈਕੇਜਾਂ ਦੇ ਪਿੱਛੇ ਭੱਜ ਰਿਹਾ। ਬੜਾ ਰੌਲਾ ਪਿਆ ਅੱਜ ਕੱਲ੍ਹ ਜੀ, ਪੈਕੇਜ ਲੈ ਲਓ ਜੀ, ਸਰਚ ਫੰਡ ਲਗਾ ਦਿੰਦੇ ਨੇ ਜੀ, ਲੈਵਲ 1 ਯੂਨੀਵਰਸਿਟੀ, ਇੱਦਾਂ ਦੇ ਕੋਈ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਹੈ। 3 ਮਹੀਨੇ ਪੁਰਾਣੇ ਫੰਡ ਮੈਂ ਠੋਕ ਕੇ ਕਹਿੰਦਾ ਕਿ ਤੁਹਾਡਾ ਲੋਨ ਨਹੀਂ ਹੁੰਦਾ ਮੇਰੇ ਕੋਲ ਆਓ। ਸਟੇਟ ਬੈਂਕ ਆਫ ਇੰਡੀਆ ਤੇ ICICI ਬੈਂਕ ਦੇ ਨਾਲ ਸਾਡਾ ਟਾਈ ਅਪ ਹੈ ਲੁਧਿਆਣੇ ਦੇ ਵਿੱਚ। ਅਸੀਂ ਕਿਸੇ ਵੀ ਬੱਚੇ ਦਾ ਜਿਹਦਾ ਵੀ ਸਿਬਲ ਸਕੋਰ ਸਹੀ ਹੈ ਉਹਦੇ ਪੇਰੈਂਟਸ ਦਾ, ਉਹਦਾ ਲੋਨ ਕਰਵਾ ਕੇ ਦਿੰਦੇ। 85% ਤੱਕ ਲੋਨ ਹੁੰਦਾ ਤੇ ਕਈ ਸੈਂਕੜੇ ਬੱਚਿਆਂ ਦਾ ਅਸੀਂ ਕਰਵਾ ਕੇ ਦਿੱਤਾ SBI ਤੋਂ ਤੇ ICICI ਤੋਂ। ਤੇ ਬੈਂਕ ਬੈਠੇ ਨੇ ਲੋਨ ਦੇਣ ਵਾਸਤੇ, ਬੈਂਕ ਬੰਦ ਨਹੀਂ ਹੋ ਜਾਣਗੇ ਜੇ ਲੋਨ ਨਹੀਂ ਦੇਣਗੇ। ਤੇ ਬੈਂਕਾਂ ਦਾ ਸੋਰਸ ਆਫ ਇਨਕਮ ਹੀ ਲੋਨ ਦੇਣਾ। ਐਜੂਕੇਸ਼ਨ ਲੋਨ ਲੈ ਲਓ, ਲੋਨ ਅਗੇਂਸਟ ਪ੍ਰੋਪਰਟੀ ਲੈ ਲਓ, ਜਿਹੜੇ ਮਰਜ਼ੀ, ਦੇਰ ਆਰ ਸੋ ਮੈਨੀ ਸੋਰਸਿਸ। ਤੇ ਬੱਚਾ ਫੰਡ ਤੋਂ ਡਰਦਾ ਹੋਇਆ ਨਕਲੀ ਕੰਮ ਕਰ ਲੈਂਦਾ ਜਾਂ ਕੁਛ ਨਾ ਕੁਛ ਇੱਦਾਂ ਦੇ ਚੱਕਰ 'ਚ ਪੈ ਜਾਂਦਾ। ਸੋ ਬੇਨਤੀ ਹੈ ਕਿ ਆਸਟ੍ਰੇਲੀਆ ਬਹੁਤ ਵਧੀਆ ਕੰਟਰੀ ਹੈ, ਬਹੁਤ ਵਧੀਆ ਵੀਜ਼ਾ ਸਕਸੈਸ ਰੇਟ ਹੈ। 6 ਓਵਰਆਲ ਬੈਂਡ ਹੈ, 1 ਚੋਂ 5.5 2 ਚੋਂ 5.5 ਹੈ। ਕੋਈ ਐਲੀ ਕੋਰਸ ਨਹੀਂ ਲੱਗਣਾ। ਲੈਵਲ 1 ਯੂਨੀਵਰਸਿਟੀ ਜਾਂ ਕਾਲਜ ਅਪਲਾਈ ਕਰੋ। 3 ਮਹੀਨੇ ਫੰਡ ਤੁਹਾਡੇ ਕੋਲ ਪੁਰਾਣੇ ਹੋਣੇ ਚਾਹੀਦੇ, ਜਿਹੜੇ 24 ਤੋਂ 25 ਲੱਖ ਰੁਪਈਆ ਬਣ ਜਾਂਦਾ ਹੈ। ਨਿਤਿਨ ਜੀ ਮੈਨੂੰ ਇੱਕ ਚੀਜ਼ ਦੱਸੋ, ਤੁਹਾਡਾ 20 ਸਾਲ ਦਾ ਸਫ਼ਰ ਹੋ ਗਿਆ, 2 ਦਹਾਕੇ ਤੁਸੀਂ ਇਸ ਇੰਡਸਟਰੀ 'ਚ ਗੁਜ਼ਾਰੇ ਜੀ। ਮੈਂ ਕਿਸੇ ਨੂੰ ਬੁਰਾ ਨਹੀਂ ਕਹਿ ਰਿਹਾ, ਹਰ ਕੋਈ ਇਸ ਕਾਰੋਬਾਰ 'ਚ ਆਉਣਾ ਚਾਹੁੰਦਾ। ਕੋਈ ਸਾਲ ਪਹਿਲਾਂ ਆਇਆ, ਕੋਈ 2 ਸਾਲ ਪਹਿਲਾਂ ਆਇਆ, ਕੋਈ 1.5 ਸਾਲ ਪਹਿਲਾਂ, ਕੋਈ 6 ਮਹੀਨੇ ਪਹਿਲਾਂ ਆਇਆ, ਕਿਸੇ ਨੇ ਹਲੇ ਆਉਣਾ ਜੀ। ਤਜਰਬਾ ਕਿੰਨਾ ਕੰਮ ਕਰਦਾ ਇਹਦੇ ਵਿੱਚ? ਬਹੁਤ ਵੱਡਾ ਇੱਕ ਸਮੁੰਦਰ ਹੈ, ਹਰ ਰੋਜ਼ ਸਿੱਖਣ ਨੂੰ ਮਿਲਦਾ ਇਹਦੇ ਵਿੱਚ। ਇੱਕ ਫਾਈਲ, ਚੰਗੇ ਸਟੂਡੈਂਟ ਦੀ ਫਾਈਲ ਇੱਕ ਮਾੜੇ ਕੰਸਲਟੈਂਟ ਦੇ ਹੱਥੋਂ ਲੱਗਣਾ, ਇੱਕ ਤਜਰਬੇਕਾਰ ਦੇ ਹੱਥੋਂ ਲੱਗਣਾ, ਕੀ ਡਿਫਰੈਂਸ ਦੇਖਦੇ ਤੁਸੀਂ? ਦੇਖੋ ਸਰ, ਜਿਹੜੀ ਸਰਵਿਸ ਇੰਡਸਟਰੀ ਹੈ ਨਾ ਜੀ, ਚਾਹੇ ਆਪਾਂ ਗੱਲ ਕਰੀਏ ਬੈਂਕਿੰਗ ਦੀ, ਗੱਲ ਕਰੀਏ ਵਕੀਲਾਂ ਦੀ, ਗੱਲ ਕਰੀਏ ਡਾਕਟਰਾਂ ਦੀ, ਜਾਂ ਗੱਲ ਕਰੀਏ ਇਸ ਟਾਈਮ 'ਤੇ ਐਜੂਕੇਸ਼ਨ ਕੰਸਲਟੈਂਟ ਦੀ ਜਾਂ ਵੀਜ਼ਾ ਕੰਸਲਟੈਂਟ ਦੀ, ਇਹ ਸਾਰਾ ਦਾ ਸਾਰਾ ਕੰਮ ਹੀ ਤਜਰਬੇ ਦਾ, ਸਾਰਾ ਦਾ ਸਾਰਾ ਐਕਸਪੀਰੀਅੰਸ ਹੀ ਤਜਰਬੇ ਦਾ ਵਾ। ਕਹਿੰਦੇ ਆਪ ਨਾ ਮਰੀਏ ਸਵਰਗ ਨਾ ਜਾਈਏ। ਤੇ ਜੇ ਮਰਨਾ ਹੈ ਨਾ, ਜੇ ਸਵਰਗ ਜਾਣਾ ਨਾ ਤਾਂ ਮਰਨਾ ਆਪ ਹੀ ਪੈਣਾ। ਸਾਰੀ ਫਾਈਲ ਦੇ ਵਿੱਚ ਆਪ ਡੁੱਬ ਕੇ ਦੇਖਣਾ ਪੈਣਾ ਜਿਹੜਾ ਵੀਜ਼ਾ ਕੰਸਲਟੈਂਟ ਹੈ। ਜੇ ਉਹ ਕਹੇ ਮੈਂ ਇਕੱਲਾ ਸਟਾਫ ਦੇ ਉੱਪਰ ਡਿਪੈਂਡ ਹੋ ਕੇ ਕੰਮ ਕਰ ਲਾਂਗਾ ਤੇ ਨਹੀਂ ਹੋਣਾ। ਹਰ ਚੀਜ਼ ਦੇ ਵਿੱਚ ਡੀਪਲੀ ਹੈ। ਹਰ ਜਿਹੜਾ ਸਟਾਫ ਵੀ ਹੈ ਉਹ ਵੀ ਸਾਲ 2 ਸਾਲ ਪੁਰਾਣਾ, 3 ਸਾਲ ਪੁਰਾਣਾ, ਉਹਦਾ ਵੀ ਆਪਣਾ ਇੰਨਾ ਐਕਸਪੋਜਰ ਨਹੀਂ ਹੈ, ਇੰਨੀਆਂ ਚੀਜ਼ਾਂ ਦੇ ਵਿੱਚੋਂ ਨਹੀਂ ਲੰਘਿਆ। ਤੇ ਹਰ ਚੀਜ਼ ਦੇ ਵਿੱਚ ਐਕਸਪੀਰੀਅੰਸ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੋਣਾ ਜੀ, ਬਿਨਾਂ ਤਜਰਬੇ ਤੋਂ, ਬਿਨਾਂ ਐਕਸਪੀਰੀਅੰਸ ਤੋਂ ਨਹੀਂ ਹੋਣਾ। ਠੀਕ ਹੈ ਕਿ ਲੋਕੀ ਸ਼ਾਰਟਕਟ ਦੇ ਵਿੱਚ ਆ ਕੇ ਨਵੇਂ ਆਉਂਦੇ ਨੇ, ਵੈਲਕਮ ਕਰਦੇ ਹਾਂ ਅਸੀਂ ਤਾਂ ਆਪਣੀ ਇੰਡਸਟਰੀ ਦੇ ਵਿੱਚ। ਅਸੀਂ ਬਕਾਇਦਾ ਟ੍ਰੇਨਿੰਗ ਦਿੰਦੇ ਹਾਂ। ਸਾਡਾ ਇੱਕ ਪ੍ਰੋਗਰਾਮ ਚੱਲਦਾ ਹੈ TIC ਦੇ ਨਾਮ ਤੇ ਦਾ, ਇੰਟਰਨੈਸ਼ਨਲ ਕਾਉਂਸਲਰ, ਕਿ ਜੇ ਕੋਈ ਬੰਦਾ ਐਜੂਕੇਸ਼ਨਲ ਕਾਉਂਸਲਰ ਬਣਨਾ ਚਾਹੁੰਦਾ ਹੈ, ਵੀਜ਼ਾ ਦਾ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ, ਸਾਡੇ ਕੋਲ ਆਵੇ, ਅਸੀਂ ਇਹਨੂੰ ਟ੍ਰੇਨਿੰਗ ਦਿੰਦੇ ਬਕਾਇਦਾ। ਅਸੀਂ ਉਹਨੂੰ ਆਪਣੇ ਨਾਲ ਜੋੜਦੇ ਹਾਂ ਕਿ ਇੱਦਾਂ ਕੰਮ ਕਰੋ, ਇੱਦਾਂ ਕੰਮ ਨੂੰ ਸਮਝਾਇਆ ਜਾਂਦਾ ਹੈ। ਬਟ ਅਨਡਾਊਟਡਲੀ ਯੈਸ, ਬਿਨਾਂ ਐਕਸਪੀਰੀਅੰਸ ਤੋਂ ਕੁਛ ਨਹੀਂ ਹੋਣਾ ਜੀ, ਕਿਉਂਕਿ ਹਰ ਚੀਜ਼ ਦੇ ਵਿੱਚ ਹਰ ਨਵਾਂ ਕੋਰਸ ਹੈ। ਤੁਹਾਨੂੰ ਪਤਾ ਹੈ ਸਰ, 4200 ਕੋਰਸਿਸ ਇਕੱਲੇ ਇੱਕ ਦੇਸ਼ ਦੇ ਵਿੱਚ ਪੜ੍ਹਾਈ ਜਾਂਦੇ ਨੇ। 4200 ਟਾਈਪ ਆਫ ਕੋਰਸਿਸ ਆ ਦੇਰ। ਔਰ ਇੱਦਾਂ ਦਾ ਕੋਰਸਿਸ ਆ, ਮਾਫ ਕਰਨਾ, ਮੈਂ ਵੀ ਕਈ ਵਾਰੀ ਨਾਮ ਹੀ ਨਹੀਂ ਸੁਣਨ ਦੇ, ਜਿਹੜਾ ਨਵਾਂ ਜਿਹਾ ਕੋਰਸ ਨਿਕਲ ਕੇ ਆ ਜਾਂਦਾ ਹੈ। ਐਂਡ ਉਹਦੀ ਰੈਲੇਵੈਂਸੀ ਕੱਢਣਾ, ਇੱਕ ਫਾਈਲ ਦੇ ਉੱਪਰ ਬਹੁਤ ਰਿਸਰਚ ਕਰਨੀ ਪੈਂਦੀ। ਜਿੱਦਾਂ ਇੱਕ ਡਾਕਟਰ ਜਾਂ ਇੱਕ ਵਕੀਲ ਪੂਰੀ ਫਾਈਲ ਦੇ ਉੱਪਰ ਰਿਸਰਚ ਕਰਦਾ ਨਾ ਕਿ ਇਹਦੀ ਬੈਕਗਰਾਊਂਡ ਕੀ ਸੀਗੀ ਕੇਸ ਦੀ ਅਤੇ ਕਿੱਦਾਂ ਉਹਨੂੰ ਪ੍ਰੈਜੈਂਟ ਕਰਨਾ ਹੈ, ਇਹ ਸਾਰੀ ਉੱਦਾਂ ਦੀ ਚੀਜ਼ ਹੈ। ਜੇ ਬੱਚਾ ਸਮਝਣ ਦੀ ਕੋਸ਼ਿਸ਼ ਕਰੇ, ਕਈ ਵਾਰੀ ਬੱਚੇ ਨੂੰ ਲੱਗਦਾ, ਬੱਚੇ ਬੜੇ ਲਾਈਟਲੀ ਲੈਂਦੇ ਨੇ, ਹੈ ਨਾ, ਕਲਾਇੰਟ ਵੀ ਬੜਾ ਲਾਈਟਲੀ ਲੈਂਦਾ ਕਿ ਕੀ ਕਰਨਾ, ਤੁਸੀਂ 2 ਫਾਰਮ ਹੀ ਤਾਂ ਭਰਨੇ ਹੈ। ਇਟਸ ਨਾਟ ਅਬਾਊਟ 2 ਫਾਰਮ ਭਰਨੇ ਹੈ। ਇੱਕ ਨਰਸ ਸੀ ਬੱਚਾ, ਲੇਡੀ, ਉਹਨਾਂ ਨੇ ਮੈਨੂੰ ਫੋਨ ਤੇ ਕਿਹਾ, ਕਹਿੰਦੇ ਸਰ ਕੀ ਕਰਨਾ ਹੈ, 2 ਫਾਰਮ ਹੀ ਤਾਂ ਭਰਨੇ ਹੁੰਦੇ ਨੇ। ਮੈਂ ਕਿਹਾ ਮੈਡਮ ਤੁਸੀਂ ਵੀ ਤਾਂ 2 ਇੰਜੈਕਸ਼ਨ ਹੀ ਲਾਣੇ ਹੁੰਦੇ ਨੇ, ਜਾਂ ਬੰਦਾ ਬਚ ਜਾਏਗਾ ਜਾਂ ਖਤਮ ਹੈ। ਸੋ ਇੱਦਾਂ ਹੀ ਹੈ, ਜਿਹੜੇ 2 ਫਾਰਮ ਹੀ ਭਰਨੇ ਨੇ ਨਾ, ਉਹੀ ਇੱਕ ਟੈਕਨੀਕ ਹੈ ਵਾਟ ਟੂ ਡੂ ਐਂਡ ਹਾਊ ਟੂ ਡੂ, ਐਂਡ ਦੈਟ ਐਕਸਪੀਰੀਅੰਸ ਮੈਟਰਸ, ਕਿ ਤੁਸੀਂ ਕਿੱਦਾਂ ਦਾ ਕੋਰਸ ਲਿਆ, ਕਿੱਦਾਂ ਦਾ। ਅੱਜ ਇੱਕ ਭਾਈ ਸਾਹਿਬ ਮੇਰੇ ਨਾਲ ਗੱਲ ਕਰ ਰਹੇ ਸੀ, ਇਹ ਕਹਿੰਦੇ ਜੀ ਪੋਲੀਟੀਕਲ ਸਾਇੰਸ ਬੱਚੇ ਨੇ BA 'ਚ ਲਈ ਸੀ, ਉਹਦਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਅਪਲਾਈ ਕਰਤਾ ਤੇ ਵੀਜ਼ਾ ਰਿਫਿਊਜ਼ਲ ਆ ਗਈ। ਤੇ ਮੈਂ ਉਹਨਾਂ ਨੂੰ ਕਿਹਾ ਕਿ ਰੋਂਗ ਕੋਰਸ ਵਾਸ ਦੇਅਰ। He said, why? I said, political science ਲਈ ਤੁਸੀਂ ਸੋਸ਼ਲ ਸਰਵਿਸ ਵਰਕਰ ਦਿੰਦੇ, ਇਟ ਵਾਸ ਕੁਆਇਟ ਰੈਲੇਵੈਂਟ। ਸੋਸ਼ੀਓਲੋਜੀ ਜਾਂ ਪੋਲੀਟੀਕਲ ਸਾਇੰਸ ਲਈ ਹੈ, ਸੋਸ਼ਲ ਸਰਵਿਸ ਦਾ ਪ੍ਰੋਗਰਾਮ ਹੈ, ਕੌਨਸਟੋਗਾ ਕਾਲਜ ਦੇ ਵਿੱਚ ਪਿਆ ਹੋਇਆ, PG ਪ੍ਰੋਗਰਾਮ ਕਿਆ ਹੈ, ਉਹ 'ਚ ਅਪਲਾਈ ਕਰੋ, ਤੁਹਾਡਾ ਵੀਜ਼ਾ ਜਿਹੜਾ ਆ ਜਾਏਗਾ। ਸੋ ਮੇਜਰ ਥਿੰਗ ਇਜ਼ ਕੋਰਸ ਰੈਲੇਵੈਂਸੀ ਮੈਟਰਸ। ਥੈਂਕ ਯੂ ਜੀ, ਬਹੁਤ ਅੱਛਾ ਲੱਗਿਆ। ਤੁਸੀਂ ਇੱਕ ਟੈਕਨੀਕਲ ਜਾਣਕਾਰੀ ਸਹੀ ਪੱਖ ਤੋਂ ਪੋਜ਼ਿਟਿਵ ਵੇ ਦੇ ਨਾਲ ਦਿੱਤੀ ਹੈ। ਉਮੀਦ ਕਰਾਂਗੇ ਆਸਟ੍ਰੇਲੀਆ ਔਰ ਕੈਨੇਡਾ ਵਾਲੇ ਵਿਦਿਆਰਥੀਆਂ ਲਈ ਅੱਜ ਦਾ ਸ਼ੋਅ ਲਾਹੇਵੰਦ ਹੋਊਗਾ। ਪਰ ਲੜੀ ਇੱਥੇ ਹੀ ਖਤਮ ਨਹੀਂ ਹੁੰਦੀ ਸੀ। ਹਰ ਸ਼ੋਅ ਦੇ ਵਿੱਚ ਕੁਛ ਨਾ ਕੁਛ ਨਵੀਆਂ ਗੱਲਾਂ ਨਿਤਿਨ ਚਾਵਲਾ ਦੇ ਨਾਲ ਸਾਂਝੀਆਂ ਕਰਦੇ ਰਹਾਂਗੇ, ਜਿਹੜੀ ਕਿ ਤੁਹਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਅਪਲਾਈ ਕਰਨਾ ਵੀਜ਼ਾ, ਉਹ ਲਾਹੇਵੰਦ ਹੋਣਗੀਆਂ ਔਰ ਇਹਨਾਂ ਦੀ ਕੰਸਲਟੈਂਸੀ ਤੁਹਾਡੇ ਕੰਮ ਆ ਸਕਦੀ ਹੈ। ਸੋ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।